आत्मा का अर्थ है जिहड़ा सैकड़े गात्रियां वाले जानते हैं ते हजारां गात्रियां वाले नहीं जानते। आत्मा का अर्थ है मैं, ते अंत नूं ये हो जाएगा। कई विचों आखणगे जी मैं आप नूं कौन नहीं जानता। आप नूं कौन नहीं जानता, तुसीं आप नूं की जानते हैं? मैं जानदा आत्मा, ते आत्मा जिन्हों जानते हैं कि अंगुष्ठ प्रमाण जानते हैं, कि अणु प्रमाण जानते हैं, कि विभव प्रमाण जानते हैं, कि मध्यम प्रमाण जानते हैं, कि स्वरूप च जानते हैं, बता सकते हैं। ताई बताओगे जे जानते हैं। गुरुआ ने कहा ओ भलियो इस चीज में पछाणो कि जिन्नी आत्म चीनिया परमात्म सोई। ये वो बाणी है जिहड़ी तुहानू जीव तो परमात्मा बना दिंदी है। जे परमात्मा बन गया, क्योंकि जानना है। सुरती कहती आत्मनि परमात्मनि जो जानती सो जोगा। ओही जोगी है, ओही अपने स्वरूप में अभेद है, जिन्हां के आत्मा नूं अपने आप नूं परमात्मा मन्निया। तां विचारो तुसीं अपने आप नूं परमात्मा मन्निया कि नहीं? जे किसी नूं इत्थे दो सीगे भाई तां ओह बोलदे सरदार सी, ਉਹ ਮੈਂ ਉਹਨਾਂ ਦੇ ਵੀ ਗੱਲ ਕਰ ਦਿੰਦਾ। ਉਹ ਆਉਂਦੇ ਤੇ ਬਾਉਕਰ ਚੱਕਦੇ, ਬਾਉਕਰ ਚੱਕ ਕੇ ਆਸੇ ਪਾਸੇ ਫਰਸ਼ ਤੇ ਨਿਸ਼ਾਨ ਸਾਹਿਬ ਦੇ ਫੇਰ ਕੇ ਦਾਲੇ ਪਦਾਲੇ ਤੇ ਇੱਕ ਦੂਜੇ ਨੂੰ ਕਹਿੰਦੇ ਫਲਾਣਾ ਸਿਆ। ਮੈਂ ਥੋੜਾ ਜਿਹਾ ਉਹਨਾਂ ਦਾ ਪੜਦਾ ਰੱਖਦਾ ਅਖੇ ਆਦਾ ਆਪ ਹੀ ਪਰਮਾਤਮਾ ਹੈ। ਤੇ ਇਹਨਾਂ ਲੋਕਾਂ ਨੂੰ ਜੇ ਇਹ ਬਾਤ ਦਾ ਪਤਾ ਲੱਗ ਜੇ सुरती ने कहा जी परमात्मा है परे आए कि ये विचार भेद ना पाए। वो जीव ते परमात्मा एक सता का ना ही है। जीव तो तुसी मल्लो मल्ली बनाया, जीव किसी लेख च आउंदा ही नहीं। ईश्वर है ते ब्रह्म है, जिहड़ा जगत है ये मिथ्या रूप च आउंदा है, ते ईश्वर है परोक्ष रूप च आउंदा है, ते ब्रह्म है अनादि सत चित आनंद च आउंदा है। जीव दा किथे दां है? तुसीं जीव की तो सुन के धरिया? ये होएगा भी मैं तां जानदा नहीं। ये भाई आदा हुंदा सी, ओ आदा सी मैनूं खालसा, ये खालसा बन के देख लो। केड़ा खालसा कौन है? जिसमें ज्ञानी पुरुष उपाधि त्याग के खालस स्वरूप अद्विती चेतन हो जाता है, वो खालसा है। तो अंत नूं ये निकलदा है कि जिहदे छज बद्धा होया वो खालस स्वरूप च किवें निवास करेगा। गुरुआं ने अपना दस्सिया कि भाई तुसी भी हो सकते। वो कहते खालसो मेरो रूप है खास। जो देह उपाधि टुट गई छुट गई तो खालसे में हम करो नवास। मैं अद्वितीय स्वरूप हो जाऊंगा और जिसका ना जन्म है ना मरना है, ना आना ना जाना। तब किड्डे बड़े गुरु गोबिंद सिंह ने फिलासफी बताई। तब तुसी बताओ थोड़े पल्ले कुछ है कि नहीं? कि खालसा तो इथों आएगा भी नां दे कहाउण नाल कुछ नहीं हुंदा। नां दे कहाउण नाल तां ऐ देश च लोक भाषा चलता है थानेदार पुरुष है ते घर वाली नूं थानेदार नहीं कहंदे।
ਪਟਵਾਰੀ ਆਦਮੀ ਹੈ ਤੇ ਘਰ ਵਾਲੀ ਨੂੰ ਪਟਵਾਰਨ ਕਹਿੰਦੇ ਆ, ਤੇ ਮਾਸਟਰ ਘਰ ਵਾਲਾ ਹੈ ਤੇ ਘਰ ਵਾਲੀ ਨੂੰ ਮਾਸਟਰ ਨਹੀਂ ਕਹਿੰਦੇ ਆ। ਔਰ ਤੁਸੀਂ ਇਸ ਤਰ੍ਹਾਂ ਦੇ ਖਾਲਸੇ ਆ, ਸਹੀ ਖਾਲਸੇ ਬਣੋ, ਕਿਉਂਕਿ ਤੁਹਾਡਾ ਜਿਹੜਾ ਸਰੂਪ ਹੈ ਉਹ ਖਾਲਸਾ ਹੀ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਰੂਪ, ਗੁਰੂ ਨਾਨਕ ਦਾ ਸਰੂਪ, ਅੰਗਦ ਦੇਵ ਅਮਰਦਾਸ ਦਾ ਸਰੂਪ, ਸੰਤ ਕਬੀਰ ਜੀ ਰਵਿਦਾਸ ਦਾ ਸਰੂਪ, ਹਾਥੀ ਘੋੜੇ ਮੱਖੀ ਮੱਛਰ ਦਾ ਇੱਕ ਹੀ ਸਰੂਪ ਹੈ, ਉਹ ਸਰੂਪ ਖਾਲਸਾ ਹੈ। ਉਹ ਸਰੂਪ ਦਾ ਨਾਮ ਆਤਮਾ ਹੈ। ਉਹਨਾਂ ਨੂੰ ਮਹਾਰਾਜ ਨੇ ਇਹਨੂੰ ਜਾਣਨ ਲਈ ਕਿਹਾ ਕਿ ਜਿਹਨੇ ਇਹ ਵੇਖਣਾ ਵੀ ਤੁਸੀਂ ਆਤਮਾ ਨੂੰ ਜਾਣਿਆ ਕਿ ਨਹੀਂ, ਤਾਂ ਇੱਥੋਂ ਇਹ ਜਾਏਗਾ ਵੀ ਇਹ ਵੇਖੋ ਕਿ ਹਿਰਦੇ ਦੇ ਅੰਦਰੋਂ ਸੰਤੋਖ ਨਹੀਂ ਜਾਗਿਆ। ਸੰਤੋਖ ਕਈਆਂ ਨੂੰ ਚੌਧਰੀ ਪਦ ਮਿਲੇ ਆ, ਕਈਆਂ ਨੂੰ ਬੜੇ ਬੜੇ ਪਦ ਜਨਤਾ ਨੇ ਦਿੱਤੇ ਆ, ਤੇ ਜਨਤਾ ਨੂੰ ਸੰਤੋਖ ਆ ਗਿਆ ਵੀ ਐਰਕੀ ਇਹਨੂੰ ਪਦ ਨਹੀਂ ਦੇਣਾ ਇਹ, ਤੇ ਉਹ ਡੌਂ ਕਰਦੇ ਬੈਠੇ ਆ, ਉਹਨਾਂ ਨੂੰ ਸੰਤੋਖ ਨਹੀਂ ਆਇਆ ਵੀ ਮੈਂ ਇਹ ਪਦ ਲੈਣ ਵਾਲੀ ਇੱਛਾ ਹੀ ਨਹੀਂ ਜਗਾਉਣੀ। 95 ਸਾਲ ਦੇ ਇੱਛਾ ਕਰਦੇ ਆ ਕਿ ਮੈਨੂੰ ਕੋਈ ਪਦ ਮਿਲ ਜੇ, 80 ਸਾਲ ਦੇ ਕਰਦੇ ਆ ਕਿ ਪਦ ਮਿਲ ਜੇ, ਤੇ ਸੰਤੋਖ ਹੈ ਤੁਹਾਨੂੰ। ਉਹ ਜਿਹੜੇ ਲੋਕ ਐਸੇ ਵੇਖੇ ਆ ਕਿ ਗਰੀਬ ਲੋਕ ਆਪਣੇ ਘਰ ਦੀ ਰੋਟੀ ਖਾਂਦੇ ਆ, ਪਹਿਲਾਂ ਕਮਾਉਂਦੇ ਆ ਫਿਰ ਰੋਟੀ ਖਾਂਦੇ ਆ, ਤੇ ਜਿਹੜੇ ਇਹਨਾਂ ਨੂੰ ਪਦ ਮਿਲਿਆ ਹੋਇਆ, ਪਦ ਵੀ ਮੈਂ ਯਾਦ ਕਰ ਸਕਦਾ ਕਿਉਂਕਿ ਮੈਂ ਨਾਲ ਪਦਾਂ ਵਾਲਿਆਂ ਦੇ ਰਹਿ ਕੇ ਦੇਖਿਆ। ਜਿਹਨੂੰ ਕੋਈ ਪਦ ਮਿਲਿਆ ਹੈ ਉਹਨੇ ਕਿਸੇ ਨੂੰ ਤਾਂ ਆਪਣੇ ਘਰੋਂ ਰੋਟੀ ਖਵਾਉਣੀ ਹੈ, ਉਹ ਹਰ ਰੋਜ਼ ਉਹਨਾਂ ਦਾ ਪਰਿਵਾਰ ਲੋਕਾਂ ਦੇ ਰੋਟੀ ਖਾਂਦਾ। ਅੱਜ ਇਹਦਾ ਫਲਾਣੇ ਦੇ ਘਰੇ ਖਾਣਾ ਤੇ ਅੱਜ ਫਲਾਣੇ ਦੇ ਘਰੇ ਖਾਣਾ, ਤੇ ਧਨ ਦੀ ਕੋਈ ਪਰਵਾਹ ਨਹੀਂ। ਆ ਜਿੰਨੇ ਵੀ ਮੁੰਡੇ ਆ ਇਹ ਸਮਝ ਲਓ ਕਿ ਪ੍ਰਗਿਆ ਉਹਨਾਂ ਦੀ ਖਰਾਬ ਹੋ ਗਈ। ਉਹ ਮੁੰਡੇ ਵੀ ਇਸ ਦੇਸ਼ ਦੇ ਆ, ਤੇ ਜਿਹੜੀ ਪੁਲਿਸ ਹੈ ਇਹ ਵੀ ਦੇਸ਼ ਦੇ ਮੁੰਡੇ ਹੀ ਹੈ, ਤੇ ਜਿਹੜੇ ਦਿਹਾੜੀ ਕਰਦੇ ਉਹ ਵੀ ਇਸ ਦੇਸ਼ ਦੇ ਮੁੰਡੇ ਹੀ ਹੈ। ਕੋਈ ਗੈਰ ਕੋਈ ਨਹੀਂ ਗਾ ਦੇਸ਼ 'ਚ ਰਹਿ ਰਿਹਾ। ਪਰ ਬਾਤ ਇਹ ਰਹੇਗੀ ਕਿ ਇਹ ਮੁੰਡੇ ਕਿਉਂ ਵਿਗੜੇ। ਇਹ ਮੁੰਡੇ ਉਹ ਵਿਗੜੇ ਆ, ਇਹਨਾਂ ਦੇ ਵਿੱਚ ਜਿਹੜਾ ਰੰਗਦਾਰੀ ਮੰਗਦੇ ਆ, ਜਿਨ੍ਹਾਂ ਦੇ ਕੋਲੇ ਪਿਸਤੌਲ ਹੈ, ਜਿਨ੍ਹਾਂ ਕੋਲੇ ਕਈ ਹਥਿਆਰ ਖਤਰਨਾਕ ਹੈ, ਉਹ ਸਾਰੇ ਅਮੀਰਾਂ ਦੇ ਮੁੰਡੇ ਆ। ਗਰੀਬਾਂ ਦਾ ਮੁੰਡਾ ਕੋਈ ਵੀ ਨਹੀਂ ਡਾਕੂ ਬਣਿਆ, ਗਰੀਬਾਂ ਦਾ ਮੁੰਡਾ ਕੋਈ ਲੁਟੇਰਾ ਨਹੀਂ, ਕੋਈ ਹਥਿਆਰਾ ਨਹੀਂ। ਇਹ ਸਾਰੇ ਅਮੀਰ ਤਬਕੇ ਦੇ ਮੁੰਡੇ ਆ। ਕਿਉਂਕਿ ਅਮੀਰ ਤਬਕੇ ਦੇ ਕਿਉਂ ਹੈ? ਇਹਨਾਂ ਨੇ ਇਹਨਾਂ ਖਿਆਲ ਹੀ ਨਹੀਂ ਦਿੱਤਾ ਵੀ ਕੀ ਕਰਦੇ, ਕੀ ਖਾਂਦੇ, ਕਿੱਥੇ ਬਹਿੰਦੇ। ਜੇ ਕਈ ਇਹਨਾਂ ਤੋਂ ਫਾਇਦਾ ਲੈ ਗਏ ਵੀ ਤੁਸੀਂ ਡਰਾਵਾ ਰੱਖੋ, ਸਾਡੀ ਸਤਾ ਬਣੇ ਰਹੋ ਭਲਿਓ। ਮੱਥਾ ਗੁਰਬਾਣੀ ਨੂੰ ਟੇਕਦੇ ਆ ਤੇ ਮੱਥਾ ਮਾਰਦੇ ਸਤਾ ਨਾਲ। ਵੇਖੋ ਮੱਥੇ ਦੀ 2 ਪ੍ਰਕਾਰ ਦੀ ਵਰਤੋਂ ਕਰਦੇ, ਤੇ ਮੱਥਾ ਝੁਕਾਉਂਦੇ ਬਾਣੀ ਮੂਰੇ ਤੇ ਮੱਥਾ ਮਾਰਦੇ ਸਤਾ ਮੂਰੇ। ਕਿਤਾ ਭੁੱਲੇ ਤੁਹਾਨੂੰ ਸੰਤੋਖ ਹੈ ਕਿ ਨਹੀਂ? ਬਹਿ ਜਾਓ ਟਿਕ ਕੇ, ਬਹੁਤ ਕੁਝ ਸੁੱਖ ਭੋਗ ਲਿਆ, ਅਜੇ ਵੀ ਸੁੱਖ ਦੇ ਬਹਾਨੇ ਦੁੱਖ ਭੋਗ ਰਹੇ ਆ। ਇਹ ਹੈ ਕਿ ਆਓ ਗੁਰਬਾਣੀ ਵੱਲ। ਗੁਰਬਾਣੀ ਤੁਹਾਨੂੰ ਉਹ ਪਦ ਪਹੁੰਚਾਏਗੀ ਕਿ ਜਿਸ ਪਦ में ਚੜ ਕੇ ਮੁੜ ਕੇ ਕੋਈ ਡਿੱਗਦਾ ਨਹੀਂ। ਚੜਿਆ ਕਿ ਨਹੀਂ ਉਹ ਪਦ ਨੂੰ ਜਾਣਿਆ ਕਿ ਨਹੀਂ, ਤਾਂ ਅੰਤ ਨੂੰ ਇਹ ਨਿਕਲੇਗਾ ਵੀ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਜਾਣਿਆ ਨਹੀਂ, ਉਹ ਜਾਣ ਸਕਦਾ। ਇੱਥੇ ਕਰਨਾ ਕੁਛ ਨਹੀਂ,
ਤਾਂ ਹੁਣ ਦੇਖੋ ਵੀ ਇਹ ਸਰੀਰ ਹੈ ਜਿਹੜਾ, ਇਹ ਪਤਾ ਕਿੱਥੋਂ ਬਣਿਆ? ਜਿਹੜੀ ਚੀਜ਼ ਮਿਰਚ ਹੈ, ਜਿਹੜੀ ਮਿਰਚ ਨੂੰ ਭਾਰਤ 'ਚ ਰਵੇ, ਪੰਜਾਬ 'ਚ ਰਵੇ, ਅਮਰੀਕਾ 'ਚ ਚਲੀ ਜਾਵੇ, ਔਰ ਇਸ ਤੋਂ ਇਤਰ ਕਿਸੇ ਦੇ ਪੇਟ 'ਚ ਚਲੀ ਜਾਵੇ, ਉਹ ਆਪਣੇ ਗੁਣ ਸੁਭਾਅ ਨਾਲ ਹੀ ਰੱਖਦੇ ਹਨ। ਤੇ ਇਹ ਪ੍ਰਤੇਕ ਸਰੀਰ ਧਾਰੀ ਵਿਚਾਰੇ ਕਿ ਜਨਮ ਤੋਂ ਲੈ ਕੇ 80, 70, 60 ਸਾਲ ਤਾਈਂ ਸਰੀਰ ਪਹੁੰਚ ਗਿਆ, ਇਹਨੇ ਕੀ ਕੁਛ ਖਾਧਾ? ਜੇ ਮਿਰਚ ਖਾਧੀ, ਮਿਰਚ ਆਪਣੇ ਗੁਣ ਸੁਭਾਅ ਨਾਲ ਰੱਖਦੀ, ਤੇ ਲੂਣ ਆਪਣੇ ਗੁਣ ਸੁਭਾਅ ਨਾਲ ਰੱਖਦਾ, ਤੇ ਸ਼ੱਕਰ ਆਪਣੇ ਗੁਣ ਸੁਭਾਅ ਨਾਲ ਰੱਖਦੀ, ਤੇ ਨਾਨਾ ਪ੍ਰਕਾਰ ਦੀਆਂ ਔਸ਼ਧੀਆਂ, ਨਾਨਾ ਪ੍ਰਕਾਰ ਦਾ ਜਿਹਨੇ ਭੋਗ ਕੀਤੇ ਖਾਧੇ ਹੈ, ਉਹ ਸਾਰੇ ਗੁਣ ਆਪਣੇ ਨਾਲ ਲੈ ਕੇ ਸਰੀਰ ਚਲੇ ਜਾਂਦੇ ਆ, ਤੇ ਆਪਣੇ ਗੁਣਾਂ ਦਾ ਆਧਾਨ ਹੈ ਜਿਹੜਾ ਇਸ ਸਰੀਰ ਤੇ ਕਰਦੇ। ਜਿਹੜੀਆਂ ਚੀਜ਼ਾਂ ਨੂੰ ਖਾ ਕੇ ਇਹ ਸਰੀਰ ਪੁਸ਼ਟ ਰਹਿੰਦਾ ਔਰ ਪਲਦਾ ਹੈ, ਤਾਂ ਇਹ ਵਿਚਾਰੋ ਕਿ ਉਸ ਚੀਜ਼ਾਂ ਜਿਹੜੀਆਂ ਕਾਇਮ ਰਹਿਣ ਵਾਲੀਆਂ ਕਿ ਨਾਸ ਹੋਣ ਵਾਲੀਆਂ, ਇਹ ਬਤਾਓ। ਉਹਨਾਂ ਚੀਜ਼ਾਂ ਨੂੰ ਰੋਗ ਸੋਗ ਲੱਗਦੇ ਆ ਕਿ ਨਹੀਂ ਲੱਗਦੇ? ਸਾਗ ਸਬਜ਼ੀਆਂ ਨੂੰ ਰੋਗ ਸੋਗ ਲੱਗੇ ਕਿ ਨਹੀਂ? ਆਟੇ ਦਾਣੇ ਨੂੰ ਰੋਗ ਸੋਗ ਲੱਗੇ ਕਿ ਨਹੀਂ? ਵਾਯੂ ਦੂਸ਼ਿਤ ਹੋਈ ਕਿ ਨਹੀਂ? ਪਾਣੀ ਦੂਸ਼ਿਤ ਹੋਇਆ ਕਿ ਨਹੀਂ? ਇਹ ਇਹਨਾਂ ਦੇ ਰੋਗ ਹੈ। ਇਹਨਾਂ ਨੂੰ ਪੀ ਕੇ, ਇਹਨਾਂ ਨੂੰ ਖਾ ਕੇ, ਤੇ ਤੂੰ ਕਹਿੰਦਾ ਵੀ ਯਾਰ ਸਰੀਰ ਨੂੰ ਤਕਲੀਫ ਜੀ ਰਹਿੰਦੀ ਹੈ। ਓਏ ਭਲਿਆ, ਜਿਨ੍ਹਾਂ ਦੇ ਖਾ ਕੇ ਨਿਰਵਾਹ ਸੇ, ਉਹਨਾਂ ਨੂੰ ਜਦੋਂ ਉਹਨਾਂ ਦੀ ਗਤੀ ਇਹ ਹੈ ਤੇ ਇਹਦੀ ਗਤੀ ਇਹ ਹੀ ਰਹੇਗੀ। ਅੰਤ ਨੂੰ ਇਹ ਨਿਕਲਦਾ ਕਿ ਸਾਰੇ ਹੀ ਜਿੰਨਾ ਅੰਨ ਦਾਣਾ ਸਾਗ ਸਬਜ਼ੀ ਇਹਨਾਂ ਦੇ ਉਪਾਦਾਨ ਹੈ ਜਿਹੜੇ, ਇਹ ਸਾਰੇ ਸੁੱਕ ਜਾਂਦੇ। ਕਣਕਾਂ ਸੁੱਕ ਜਾਂਦੀਆਂ, ਜੌਂ ਛੋਲੇ ਸੁੱਕ ਜਾਂਦੇ, ਬਾਜਰੇ ਮਕਈ ਸੁੱਕ ਜਾਂਦੇ, ਤਾਂ ਉਹਨਾਂ ਦਾ ਭੋਗ ਹੈ ਜਿਹੜਾ, ਉਹਨਾਂ ਨੂੰ ਪਸ਼ੂ ਖਾਂਦੇ ਆ। ਉਹਨਾਂ ਦੇ ਸਾਰੀ ਸੁੱਕਣ ਵਾਲੀ ਸ਼ਕਤੀ ਪਸ਼ੂਆਂ 'ਚ ਜਾਂਦੀ ਹੈ। ਉਹ ਸਾਰੀ ਪ੍ਰਕਿਰਿਆ, ਨਾ ਕੋਈ ਪਸ਼ੂ ਜੀਵਤ ਰਹਿ ਸਕਦਾ, ਨਾ ਕੋਈ ਮਨੁੱਖ ਜੀਵਤ ਰਹਿ ਸਕਦਾ। ਤੇ ਕਿਸ ਭਲੇਖੇ 'ਚ ਪਏ ਆ ਵੀ ਇਹ ਜੀਵਤ ਰਹੂਗਾ? ਤੇ ਜਦੋਂ ਜੀਵਤ ਰਹਿਣ ਵਾਲੀਆਂ ਮੁਰਦਾ ਚੀਜ਼ਾਂ ਦੇ ਨਾਲ ਇਹਨੂੰ ਤੁਸੀਂ ਪੁਸ਼ਟ ਰੱਖਿਆ, ਤੇ ਇਹ ਮੁਰਦਾ ਲੱਕੜਾਂ ਦੇ ਫਲ, ਸਾਗ ਸਬਜ਼ੀਆਂ ਫਲ, ਜਿੰਨੇ ਵੱਡੇ ਵੱਡੇ ਫਲ ਹੈ, ਅੰਬ, ਅਮਰੂਦ, ਅੰਗੂਰ ਇਤਿਆਦਿਕ ਲੈ ਕਰਕੇ ਇਹ ਫਲ ਹੈ ਜਿਹੜੇ ਲੱਕੜ ਬਣ ਜਾਂਦੇ ਆ ਕਿ ਨਹੀਂ ਬਣਦੇ? ਤੇ ਇਹਨਾਂ ਦਾ ਅਖੀਰੀ ਨਿਰਵਾਹ ਦਾਹ ਹੁੰਦਾ ਕਿ ਨਹੀਂ ਹੁੰਦਾ? ਤੇ ਇਹਨਾਂ ਨੂੰ ਖਾ ਕੇ ਆ ਲੱਕੜ ਬਣ ਜਾਣਾ। ਜਿਵੇਂ ਉਹਨਾਂ ਦੀਆਂ ਲਾਟਾਂ ਨਿਕਲਦੀਆਂ, ਇਹਦੇ ਚੋਂ ਵੀ ਇਹ ਲਾਟਾਂ, ਇਸੇ ਦੀਆਂ ਲਾਟਾਂ ਇਹਨੂੰ ਭੁੰਨਦੀਆਂ। ਲੱਕੜੀ ਦੇ ਢੇਰ ਨੂੰ ਕੋਈ ਪਾਸਿਓਂ ਆ ਕੇ ਨਹੀਂ ਸਾੜਦਾ। ਇਸ ਦੇ ਸਰੀਰ ਨੂੰ ਤੇ ਇਸ ਦੇ ਮਾਨਸ ਸਰੀਰ ਨੂੰ ਇਸੇ ਦੀਆਂ ਲਾਟਾਂ ਸਾੜਦੀਆਂ। ਕਈ ਅਮੀਰ ਆਦਮੀ ਵੇਖ ਲੋ, ਤੇਰਾ ਮਨ ਸੜਦਾ ਕਿ ਨਹੀਂ ਸੜਦਾ ਇਸ ਦੀਆਂ ਲਾਟਾਂ ਨਾਲ? ਰਾਗ ਦੁਆਇਸ਼ ਦੀਆਂ ਲਾਟਾਂ ਨਾਲ ਮਨ ਸੜਿਆ ਕਿ ਨਹੀਂ? ਘਟੇ ਹੋਏ ਦੇ ਨਾਲ ਮਨ ਸੜ ਰਿਹਾ ਕਿ ਨਹੀਂ? ਤੇ ਜਦੋਂ ਤੇਰਾ ਮਨ ਸੜ ਰਿਹਾ ਤੇ ਇਹ ਸਮਝ ਲਓ ਕਿ ਜਦੋਂ ਇਹ ਸਮਾਂ ਆ ਗਿਆ, ਇਹਨਾਂ ਦੋਹਾਂ ਦੀਆਂ ਲਾਟਾਂ ਨਿਕਲਣਗੀਆਂ ਤੇ ਤੈਨੂੰ ਇਹਦੀ ਕੋਈ ਚਿੰਤਾ ਨਹੀਂ। ਨਿਤ ਬਦਲ ਕੇ ਉਹ ਲੀੜੇ ਪਾ ਲੈ, ਪਟਿਆਲੇ ਸ਼ਾਹੀ ਲੜ ਜੁੜ ਜੁੜ ਕੇ ਪੱਗ ਬੰਨ ਲਈ, ਉੱਤੋਂ ਦੀ ਘਾਤਰਾ ਕਰ ਲਿਆ, ਤਾਂ ਅੰਤ ਨੂੰ ਇਹ ਰਹਿ ਜਾਏਗਾ, ਓਏ ਭਲਿਆ ਜੇ ਗਾਤਰਾ ਪਾ ਚਾਹੇ ਨਾ ਪਾ, ਤੇਰਾ ਮਨ ਸੜ ਰਿਹਾ ਤੇ ਤੇਰਾ ਤਨ ਜਿਹੜਾ ਇਹ ਉਦੋਂ ਸੜੇਗਾ
ਇਹ ਸਮਾਂ ਵੀ ਆ ਜਾਏਗਾ। ਇਹਨੂੰ ਗੁਰੂ ਨੇ ਕਿਹਾ ਕਿ ਕੀ ਪ੍ਰਕਾਰ ਦੀ ਗਤੀ ਹੁੰਦੀ। ਗੁਰੂ ਜੀ ਕਹਿੰਦੇ ਇੱਕ ਦਾਜੇ ਇੱਕ ਦੱਬੀਏ। ਤੁਸੀਂ ਦਾਜਾਂ ਵਾਲਿਆਂ ਚ ਆਉਣੇ, ਇੱਕ ਦਾਜੇ ਇੱਕ ਦੱਬੀਏ। ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਸੱਟੀਏ, ਵੀ ਫਿਰ ਹੱਸਣ ਪਾਏ। ਜਿਹੜੇ ਬਾਕੀ ਬੈਠੇ ਆ ਇਹ ਅਜੇ ਵੀ ਤਾੜੀਆਂ ਮਾਰਦੇ ਆ। ਇਹ ਆ ਗਿਆ ਕਿ ਭੋਗਾਂ ਨੇ ਇੰਨਾ ਅਧੀਨ ਕਰ ਲਿਆ ਇਹਨੂੰ ਕਿ ਭੋਗ ਹੈ ਜਿਹੜੇ ਸਭ ਪਾਸੇ ਜਾਦੇ ਆ। ਕਿਸਾਨ ਦੇ ਕੋਲੇ ਅੰਨ ਇੰਨਾ ਹੈ, ਕਿਸਾਨ ਸਾਰੀ ਦੁਨੀਆ ਨੂੰ ਪਾਲ ਸਕਦਾ ਹੈ, ਤੇ ਕਿਸਾਨ ਕੋਲੇ ਅੰਨ ਦਾ ਧਨ ਵੀ ਬਹੁਤ ਹੈ, ਤੇ ਕਿਸਾਨ ਵੀ ਜਲ ਰਿਹਾ ਅੰਦਰੋਂ, ਵਪਾਰੀ ਵੀ ਜਲ ਰਿਹਾ, ਔਰ ਇਤਿਹਾਦਕ ਲੈ ਕਰਕੇ ਧਰਮੀ ਵੀ ਜਲ ਰਿਹਾ, ਤੇ ਜੋਗੀ ਵੀ ਜਲ ਰਿਹਾ, ਤੇ ਭੋਗੀ ਵੀ ਜਲ ਰਿਹਾ। अगर जे मुक्त है तो तत्व ज्ञान है, वो तत्व ज्ञान स्वरूप ਨੂੰ ਪਾਉਣਾ ਕਿਵੇਂ ਹੈ ਕਿ ਆਪਣੇ ਪਹਿਲਾਂ ਇਹਨਾਂ ਦਾ ਨਿਸ਼ੇਧ ਕਰੋ। ਨਿਸ਼ੇਧ ਕੀ ਹੈ ਕਿ ਮਮ ਇੰਦਰੀ ਨਹੀਂ, ਮੈਂ ਇੰਦਰੀ ਨਹੀਂ, ਮੈਂ ਸਾਖੀ ਕੋਟਸਤ असंग, त्यागों विषय के भोगों इंद्रे, मुझको लगे ना रंचक रंग। और क्यों नहीं रंग लगता मैनू रंचक, कि मैनू इस लई नहीं रंगदा कि अपनी पछाणो महिमा जिहड़ी ज्ञानी तत्ववेत्ता ने पछाणी है, ते तुसी की पछाणदे है, ते तत्ववेत्ते की पछाणदे है। उस दी झलक नूं एक बारी पछाणो की है वो कि मैं सत चित आनंद अविनाशी हूँ, मैं आत्म गुर का वासी हूँ, नहीं मात पिता का जाया हूँ, नहीं जन्म तार मैं आया हूँ, मैं सत चित आनंद अविनाशी हूँ, मैं आत्म गुर का वासी हूँ, नहीं मात पिता का जाया हूँ, नहीं जन्म तार मैं आया हूँ, मैं सत चित आनंद अविनाशी हूँ, मैं आत्म का वासी हूँ, नहीं मात पिता का जाया हूँ, नहीं जन्म तार मैं आया हूँ। ओम सच्चिदानंद शुद्ध ब्रह्म